ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜੀਵਨੀ ਵਿੱਚੋਂ ਆਪ ਜੀ ਨੂੰ ਕੁਝ ਸਤਰਾਂ ਪੜ੍ਹ ਕੇ ਸੁਣਾ ਰਹੇ ਹਾਂ ਕਿ ਉਹਨਾਂ ਨੇ ਕਿਹਾ ਸੀ ਕਿ ਨਾਮੜੇ, ਸ਼ੋਭਾ, ਮਾਨ, ਧਨ ਆਦਿ ਦਾ ਲਾਭ ਮੁੱਖ ਰੱਖ ਕੇ ਪਰਉਪਕਾਰ ਕਰਨਾ ਠੀਕ ਪਰਉਪਕਾਰ ਨਹੀਂ। ਜੇ ਪਰਉਪਕਾਰ ਕਰਨਾ ਹੈ ਤਾਂ ਨਿਸ਼ਕਾਮ ਹੋ ਕੇ, ਸਿਰਫ ਦੇਹ ਦੀ ਸਫਲਤਾ ਲਈ। ਸੋ ਇਸ ਉਪਦੇਸ਼ ਨੂੰ ਨਿਰਾ ਆਪ ਜੀ ਨੇ ਕਿਹਾ ਨਹੀਂ, ਆਪਣੇ ਜੀਵਨ ਵਿੱਚ ਆਪ ਵੀ ਕਮਾਇਆ। ਸੋ ਉਹਨਾਂ ਦੀਆਂ ਇਹ ਸਤਰਾਂ ਜੋ ਆਪ ਜੀ ਨੇ ਕਹੀਆਂ ਸਨ ਅਤੇ ਉਹਨਾਂ ਦੀ ਜੀਵਨੀ ਜੋ ਇਸੇ ਤਰ੍ਹਾਂ ਦੀ ਸੀ, ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ। ਸਿਰਲੇਖ ਹੈ ਨਾਮਣਾ ਤੇ ਦੇਹੀ ਦੀ ਸਫਲਤਾ। ਉਰਦੂ ਦੇ ਪ੍ਰਸਿੱਧ ਉਸਤਾਦ ਸ਼ਾਇਰ ਸ਼ੇਖ ਇਬਰਾਹਿਮ ਜ਼ੌਕ ਨੇ ਕਿਹਾ ਹੈ, नाम मंजूर है तो फैज़ के असबाब बना, पुल बना, चाह बना, मस्जिद तलाब बना। भाव, जे तू चाहता है कि जगत उत्ते तेरे पिछों तेरा नाम रह जाए तो उपकार दे कम कर। किसी नदी ते पुल बनवा दे जो लोकां नू नदी पार करनी सौखी हो जाए। पानी दी थुड़ ते लोड़ वाले थां खूह लवा दे। औड़ वाले थां पशु पंछी मनुखां दे जीवन लाभ लई ताल लगवा दे ਤੇ ਆਮ ਲੋਕਾਂ ਦੇ ਪਰਮਾਤਮ ਪੂਜਾ ਲਈ ਧਰਮ ਮੰਦਰ ਰਚ ਦੇ। ਇਹ ਇੱਕ ਆਦਰਨੀय ਨੇਕ ਖਿਆਲ ਹੈ, ਪਰ ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਹਨ, ਉਪਕਾਰ ਲਈ ਮਿਹਨਤ ਤੇ ਕਾਲ ਕਰਨੀ ਤਾਂ ਸ਼ੁਭ ਹੈ, ਪਰ ਨਾਮੜੇ ਦੀ ਇੱਛਾ ਰੱਖ ਕੇ ਕਰਨੀ ਸ਼ੋਭਾ ਯੋਗ ਨਹੀਂ। ਉਹ ਕਿਹਾ ਕਰਦੇ ਸਨ, ਕਈ ਪਰਉਪਕਾਰੀ ਬਣਦੇ ਹਨ ਕਿ ਸਾਡਾ ਨਾਮ ਅਟਲ ਰਹੇ, ਪਰ ਸ਼ੌਕ ਜੋ ਨਾਮੜੇ ਪਿੱਛੇ ਮਿਹਨਤ ਕਰਦਾ ਹੈ ਕਦੇ ਅਟਲ ਨਹੀਂ ਹੈ। ਜੋ ਸ਼ੋਭਾ ਪਿੱਛੇ ਕਰਦਾ ਹੈ ਉਹ ਜਿਉਂਦਾ ਹੀ ਮੁਰਦਾ ਹੈ। ਜੋ ਮਾਨ ਪਿੱਛੇ ਕਰਦਾ ਹੈ ਉਹ ਸਦੀਵ ਮੁਰਦਾ ਹੈ, ਉਸ ਵਿੱਚ ਜੀਵਨ ਹੈ ਹੀ ਨਹੀਂ। ਤੇ ਜੋ ਧਨ ਪਿੱਛੇ ਕਰਦਾ ਹੈ ਉਹ ਪਸ਼ੂ ਤੋਂ ਵੀ ਭੈੜਾ ਹੈ, ਕਿਉਂਕਿ ਪਸ਼ੂ ਛਲ ਨਹੀਂ ਕਰਦੇ, ਘਾਹ ਖਾਂਦੇ ਤੇ ਦੁੱਧ ਦਿੰਦੇ ਹਨ। ਐਸੇ ਪੁਰਖਾਂ ਨੂੰ ਚਾਹੀਦਾ ਹੈ ਕਿ ਮੌਤ ਨੂੰ ਚੇਤੇ ਰੱਖ ਕੇ ਸਿੱਧੇ ਰਸਤੇ ਪੈਣ। ਜੇ ਨਾਮੜੇ, ਸ਼ੋਭਾ, ਮਾਨ, ਧਨ ਆਦਿ ਦਾ ਲਾਭ ਮੁੱਖ ਰੱਖ ਕੇ ਪਰਉਪਕਾਰ ਠੀਕ ਨਹੀਂ, ਤਾਂ ਫਿਰ ਪਰਉਪਕਾਰ ਕਰਨ ਲਈ ਸਿੱਧੇ ਰਸਤੇ ਵਾਲਾ ਨਿਸ਼ਾਨਾ ਕੀ ਹੈ? ਇਸ ਦਾ ਜਵਾਬ ਆਪ ਇਹ ਦਿੱਤਾ ਕਰਦੇ ਸਨ, ਜੀਵਣਾ ਉਸ ਦਾ ਸਫਲ ਹੈ ਜੋ ਨਿਸ਼ਕਾਮ ਹੋ ਕੇ ਕੇਵਲ ਦੇਹ ਦੀ ਸਫਲਤਾ ਹਿਤ ਔਰ ਆਪਣੇ ਧਰਮ ਦੀ ਪੂਰਨਤਾ ਹਿਤ ਨਿਰਨਾਮਣਾ, ਨਿਰਸ਼ੋਭਾ, ਨਿਰਮਾਣ ਹੋ ਕੇ ਉਪਕਾਰ ਕਰਦਾ ਹੈ ਤੇ ਜੋ ਪੁੰਨ ਤੱਕ ਦੀ ਵੀ ਵਾਸ਼ਨਾ ਨਹੀਂ ਰੱਖਦਾ। ਭਾਈ ਸਾਹਿਬ ਜੀ ਨੇ ਇਸ ਆਦਰਸ਼ ਨੂੰ ਸਿੱਖੀ ਦਾ ਮੁੱਢ ਦਾ ਸਰਮਾਇਆ ਦੱਸਿਆ ਹੈ। ਨਿਰਾ ਕਹਿਣ ਮਾਤਰ ਹੀ ਨਹੀਂ, ਸਗੋਂ ਇਤਿਹਾਸ ਵਿੱਚ ਵਰਤੀ ਮਿਸਾਲ ਦਿੱਤੀ ਹੈ। ਕਨਿੰਗਮ ਇਤਿਹਾਸਕਾਰ ਦੀ ਸਾਖ ਉੱਤੇ ਕਿ ਉਸ ਨੂੰ ਇੱਕ ਬਿਹੰਗਮ ਨਿਹੰਗ ਸਿੰਘ, ਜਿਸ ਨੂੰ ਸੰਸਾਰ ਨਾਲ ਕੋਈ ਪ੍ਰਯੋਜਨ ਨਹੀਂ ਸੀ, ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀ ਸੜਕ ਬਣਾਉਂਦਾ ਮਿਲਿਆ। ਜਦ ਉਸ ਤੋਂ ਪੁੱਛਿਆ ਕਿ ਤੂੰ ਇਤਨਾ ਕਠਨ ਕੰਮ ਕਿਉਂ ਕਰ ਰਿਹਾ ਹੈ, ਤਾਂ ਉਸਨੇ ਕਿਹਾ, ਲੋਕਾਂ ਦੇ ਭਲੇ ਲਈ ਕਿ ਵੱਡੇ ਨਗਰ ਵੱਲ ਦਾ ਰਸਤਾ ਜੰਗਲ ਵਿੱਚ ਦੀ ਵਿਖੜਾ ਹੈ, ਜੇ ਇਹ ਸੜਕ ਬਣ ਜਾਏ ਤਾਂ ਲੋਕਾਂ ਨੂੰ ਆਰਾਮ ਪਹੁੰਚੇਗਾ। ਕਿਸੇ ਨੇ ਕੋਲੋਂ ਕਿਹਾ, ਤੂੰ ਜੋ ਸੰਸਾਰ ਤੋਂ ਤਿਆਗੀ ਹੈ, ਤੈਨੂੰ ਇਸ ਪਿੱਟਣੇ ਦੀ ਕੀ ਲੋੜ ਪਈ ਹੈ? ਤੇਰਾ ਸਿਰ ਤੋਂ ਮੁੜਕਾ ਚੋ ਕੇ ਪੈਰਾਂ ਤੱਕ ਵਗਦਾ ਹੈ, ਧੁੱਪ ਠੰਡ ਤੇ ਭੁੱਖ ਦੇ ਦੁੱਖ ਭੋਗਦਾ ਹੈ, ਤੈਨੂੰ ਤਾਂ ਕਿਸੇ ਨੇ ਸ਼ਾਬਾਸ਼ ਵੀ ਨਹੀਂ ਦੇਣੀ। ਉਸਨੇ ਅੱਗੋਂ ਉੱਤਰ ਦਿੱਤਾ, ਮੈਨੂੰ ਨਾ ਸ਼ਾਬਾਸ਼ ਦੀ ਲੋੜ ਹੈ, ਨਾ ਮੈਂ ਇਸ ਕੰਮ ਨੂੰ ਕਿਸੇ ਪੁੰਨ ਦੇ ਖਿਆਲ ਨਾਲ ਤੇ ਨਾ ਨਾਮੜੇ ਦੀ ਚਾਹ ਨਾਲ ਕਰ ਰਿਹਾ ਹਾਂ। ਮੈਨੂੰ ਅਕਾਲ ਪੁਰਖ ਨੇ ਮਨੁੱਖਾ ਦੇਹੀ ਬਖਸ਼ੀ ਹੈ। ਇਹ ਦੇਹੀ ਉੱਤਮ ਜੂਨੀ ਹੈ। ਹੁਣ ਗੁਰੂ ਦੀ ਕਿਰਪਾ ਨਾਲ ਮੈਂ ਉਸ ਦੀ ਇਸ ਦਾਤ ਦਾ ਸ਼ੁਕਰ ਕਰਦਾ ਹੋਇਆ ਉਸ ਨੂੰ ਯਾਦ ਰੱਖਣ ਵਿੱਚ ਮਨ ਨੂੰ ਜੋੜਦਾ ਹਾਂ, ਪਰ ਮਨੁੱਖਾ ਦੇਹੀ ਬਿਨਾਂ ਕਿਸੇ ਕੰਮ ਵਿੱਚ ਰੁੱਝੇ ਦੇ ਅਫਲ ਜਾ ਰਹੀ ਹੈ। ਜੇ ਮੈਂ ਕੁਝ ਨਾ ਕਰਾਂ ਤਾਂ ਮੈਂ ਪਸ਼ੂ ਪੰਛੀ, ਕੀੜੇ ਮਕੌੜੇ ਵਰਗਾ ਹਾਂ। ਮਹਾਰਾਜ ਦੀ ਬਖਸ਼ੀ ਹੋਈ ਦੇਹ ਦੀ ਸਫਲਤਾ ਨਾ ਹੋਈ, ਸੋ ਮੈਂ ਇਸ ਦੇਹ ਨੂੰ ਸਫਲ ਕਰ ਰਿਹਾ ਹਾਂ ਕਿ ਮੇਰੇ ਪਿੱਛੇ ਕੋਈ ਐਸੀ ਚੀਜ਼ ਰਹਿ ਜਾਏ ਜੋ ਲੋਕਾਂ ਲਈ ਸੁਖਦਾਈ ਹੋਵੇ। ਔਰ ਮੈਨੂੰ ਆਪਣੇ ਆਪ ਨੂੰ ਕਿਸੇ ਨਾਮੜੇ ਦੀ ਜਾਂ ਪੁੰਨ ਦੀ ਕੋਈ ਇੱਛਾ ਨਹੀਂ। ਸਿੱਖੀ ਆਦਰਸ਼ ਦਾ ਇਹ ਨਿਸ਼ਾਨਾ ਵਿਰਸਾ ਹੈ। ਭਾਈ ਸਾਹਿਬ ਜੀ ਨੇ ਆਪਣੀ ਸਾਰੀ ਆਯੂ ਇਸੇ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਉਪਕਾਰ ਕੀਤੇ। ਨਾਮੜੇ ਦੀ ਇੱਛਾ ਦਾ ਤਾਂ ਇੱਥੋਂ ਤੱਕ ਤਿਆਗ ਸੀ ਕਿ ਮਾਤ ਭਾਸ਼ਾ ਦੇ ਤੇ ਕੌਮ ਦੇ ਵੈਰਾਨ
ਸਾਹਿਤਕ ਖੇਤਰ ਵਿੱਚ ਐਸਾ ਸੁਹਾਵਣਾ ਬਾਗ ਵਨ ਦੇ ਸਾਹਿਤਕ ਬੇਲ ਬੂਟਿਆਂ ਦਾ ਪ੍ਰਫੁੱਲਤ ਕਰ ਦਿੱਤਾ ਕਿ ਦੁਨੀਆ ਅਸ਼ ਕਰ ਉੱਠੀ। ਉਹ ਘਾਲ ਕੀਤੀ ਜਿਸ ਦੀ ਦੂਜੀ ਮਿਸਾਲ ਨਹੀਂ ਮਿਲ ਸਕਦੀ, ਪਰ ਕਿਤੇ ਵੀ ਆਪ ਨੇ ਆਪਣੇ ਨਾਮ ਦੀ ਫੱਟੀ ਨਹੀਂ ਲਾਈ ਕਿ ਇਹ ਘਾਲ ਅਮਕੇ ਮਾਲੀ ਦੀ ਹੈ। ਉਹਨਾਂ ਨੇ ਮੁੱਖ ਰੱਖਿਆ ਇਹੋ ਸਿੱਖੀ ਦਾ ਅਸੂਲ ਹੈ ਕਿ ਹੱਥ ਉਪਕਾਰ ਵੱਲ ਤੇ ਚਿੱਤ ਕਰਤਾਰ ਵੱਲ ਰਹੇ ਤੇ ਇਸ ਦੇਹੀ ਦੀ ਵੱਧ ਤੋਂ ਵੱਧ ਸਫਲਤਾ ਹੋ ਜਾਏ। ਇਸ ਕੋਲੋਂ ਵੱਧ ਤੋਂ ਵੱਧ ਐਸੇ ਕਾਰਜ ਹੋ ਜਾਣ ਜੋ ਦੇਸ਼ ਲਈ, ਕੌਮ ਲਈ, ਸਰਵ ਸਾਧਾਰਨ ਲਈ ਵੱਧ ਤੋਂ ਵੱਧ ਸੁਖਦਾਈ ਹੋਣ। ਆਪ ਨੇ ਨਿਰਾ ਸਾਹਿਤਕ ਫੁਲਵਾੜੀ ਦੀ ਰਚਨਾ ਦਾ ਹੀ ਮਹਾਨ ਕੰਮ ਨਹੀਂ ਕੀਤਾ। ਅਨੇਕਾਂ ਆਸ਼ਰਮ ਖੜੇ ਕਰ ਦਿੱਤੇ, ਕੌਮ ਵਿੱਚ ਗਿਆਨ ਦਾ ਤੇ ਵਿਦਿਅਕ ਪ੍ਰਚਾਰ ਦੇ ਬਾਨੜੂ ਬਣੇ, ਅਨੇਕ ਗੁਰਦੁਆਰਿਆਂ ਦੀ ਸੇਵਾ ਸਥਾਪਨਾ ਕੀਤੀ ਤੇ ਲੋਕ ਭਲਾਈ ਦੇ ਅਨੇਕਾਂ ਆਸ਼ਰਮ, ਹਸਪਤਾਲ, ਯਤੀਮਖਾਨਾ ਆਦਿ ਦੇ ਮੁੱਢ ਬਣੇ। ਪਰ ਆਪ ਪਿੱਛੇ ਰਹਿ ਕੇ ਤੇ ਆਪਣੇ ਨਾਮੜੇ ਨੂੰ ਅਤ ਲੁਕਾਈ ਰੱਖ ਕੇ ਅਨੇਕਾਂ ਵਾਰੀ ਵੱਡੇ ਸਮਾਗਮਾਂ ਦੀ ਪ੍ਰਧਾਨਗੀ ਕਰਨ ਲਈ ਪੇਸ਼ਕਸ਼ਾਂ ਹੋਈਆਂ, ਪਰ ਆਪ ਸਦਾ ਇਨਕਾਰ ਕਰਦੇ ਰਹੇ, ਕਿਉਂਕਿ ਇਹ ਵੀ ਇੱਕ ਸਾਧਨ ਹਨ ਸਰਵ ਸਾਧਾਰਨ ਵਿੱਚ ਨਾਮੜਾ ਪੈਦਾ ਕਰਨ ਦੇ ਤੇ ਜਨਤਾ ਵਿੱਚ ਅੱਗੇ ਆਉਣ ਦੇ। ਉਹ ਇਨਸਾਨ ਨੂੰ ਅਸ਼ਰਫੁਲ ਮਖਲੂਕਾਤ ਸੱਚੇ ਅਰਥਾਂ ਵਿੱਚ ਸਮਝਦੇ ਤੇ ਜਗਤ ਜੀਵ ਜੰਤੂਆਂ ਵਿੱਚ ਇਸ ਦੀ ਸਰਦਾਰੀ ਪਛਾਣਦੇ ਸਨ ਤੇ ਇਸੇ ਲਈ ਚਾਹੁੰਦੇ ਸਨ ਕਿ ਮਨੁੱਖ ਆਪਣੇ ਇਨਸਾਨੀਅਤ ਦੇ ਉੱਚ ਆਦਰਸ਼ ਤੇ ਆਵੇ ਤੇ ਪਰਮਾਤਮਾ ਦੀ ਬਖਸ਼ੀ ਦੇਹੀ ਦੀ ਸਫਲਤਾ ਵਿੱਚ ਉਦਿਅਤ ਰਹੇ। ਸੋ ਜੋ ਕੁਝ ਉਹਨਾਂ ਨੇ ਕੀਤਾ ਉਸ ਤੋਂ ਪ੍ਰੇਰਨਾ ਇਹੀ ਮਿਲਦੀ ਹੈ ਕਿ ਜੇ ਮਾਨਵ ਕਾਇਨਾਤ ਦਾ ਸਰਦਾਰ ਹੈ ਤਾਂ ਇਸ ਵਿੱਚ ਸਰਦਾਰ ਵਾਲੇ ਹੀ ਵਸਫ ਹੋਣੇ ਲੋੜੀਏ। ਆਪ ਇੱਕ ਥਾਵੇਂ ਲਿਖਦੇ ਹਨ, ਜੋ ਰਚਨਾ ਕਰਤਾਰ ਨੇ ਰਚੀ ਹੈ ਜੜ ਤੋਂ ਚੇਤਨ ਤੱਕ ਸਭ ਕਿਰਿਆ ਰੂਪ ਹੈ। ਮਿੱਟੀ, ਪੱਥਰ, ਪਾਣੀ, ਹਵਾ ਸਭ ਵਿੱਚ ਚੇਸ਼ਟਾ ਹੋ ਰਹੀ ਹੈ। ਜੀਵ ਜੰਤੂ, ਕੀੜੇ ਮਕੌੜੇ ਸਭ ਵਿੱਚ ਚੇਸ਼ਟਾ ਹੈ। ਔਰ ਮਨੁੱਖ ਵੀ ਜੜ ਪੱਥਰ ਨਹੀਂ, ਸਭ ਤੋਂ ਵਧੇਕ ਕੰਮ ਕਰਨ ਵਾਲਾ ਇਹੋ ਹੈ। ਪਰ ਇਸ ਦੀ ਕਿਰਿਆ ਹੋਰਨਾਂ ਜੀਵ ਜੰਤੂਆਂ ਨਾਲੋਂ ਫਰਕ ਵੀ ਹੈ। ਉਹਨਾਂ ਦੀ ਕਿਰਿਆ ਸੁਭਾਵਕ ਹੋ ਰਹੀ ਹੈ ਔਰ ਉਸ ਕਿਰਿਆ ਦਾ ਅਸਰ ਥੋੜੀ ਦੇਰ ਦਾ ਹੈ, ਪਰ ਮਨੁੱਖ ਦੀ ਕਿਰਿਆ ਸੁਭਾਵਕ ਨਹੀਂ। ਇਹ ਹਰ ਗੱਲ ਸੋਚਦਾ ਹੈ, ਵਿਚਾਰਦਾ ਹੈ ਔਰ ਅੰਤ ਸਿੱਟੇ ਨੂੰ ਸਮਝ ਕੇ ਕਿਰਿਆ ਕਰ ਸਕਦਾ ਹੈ, ਜੋ ਹੋਰ ਕੋਈ ਨਹੀਂ ਕਰ ਸਕਦਾ। ਹੁਣ ਜੇ ਮਨੁੱਖ ਇਸ ਸ਼ਕਤੀ ਨੂੰ ਛੱਡ ਕੇ ਜੀਵ ਜੰਤੂਆਂ ਵਾਂਗ ਖਾਵੇ, ਪੀਵੇ, ਸਮੇਂ ਤੇ ਇੱਕ ਵਾਰੀ ਮਰ ਜਾਵੇ, ਤਦ ਉਸ ਦਾ ਜੰਮਣਾ ਤੇ ਨਿਜ ਜੰਮਣਾ ਇੱਕੋ ਜਿਹਾ ਹੈ। ਜਿਸ ਨੇ ਮਨੁੱਖ ਹੋ ਕੇ ਮਨੁੱਖਾ ਜਨਮ ਦੀ ਵਡਿਆਈ ਨੂੰ ਨਹੀਂ ਸਮਝਿਆ, ਉਹ ਪਸ਼ੂ ਹੀ ਹੈ। ਜਿਵੇਂ ਸੁਪਨੇ ਵਿੱਚ ਫਕੀਰ ਹੋਇਆ ਰਾਜਾ ਮੰਗਦਾ ਪਿੰਦਾ ਹੀ ਫਿਰਦਾ ਹੈ, ਤਿਵੇਂ ਮਨੁੱਖ ਆਪਣੀ ਬਜ਼ੁਰਗੀ ਨੂੰ, ਆਪਣੀ ਕਾਇਨਾਤ ਦੀ ਸਰਦਾਰੀ ਨੂੰ ਭੁਲਾ ਕੇ ਪਸ਼ੂਆਂ ਵਾਂਗ ਡੋਲਦਾ ਤੇ ਭੋਗਦਾ ਫਿਰਦਾ ਹੈ। ਜੋ ਮਨੁੱਖ ਦੇਹ ਦੀਆਂ ਬਰਕਤਾਂ ਤੋਂ ਖਾਲੀ ਹੈ, ਉਹ ਜ਼ਮੀਨ ਪਰ ਰਿੜਨੇ ਵਾਲੇ ਕੀੜਿਆਂ ਵਾਂਗ ਇੱਕ ਕੀੜਾ ਹੈ। ਪਰ ਇਸ ਉੱਤਮ ਜੀਵਨ ਮਾਰਗ ਤੇ ਇਨਸਾਨ ਚੱਲਦਾ ਕਿਉਂ ਨਹੀਂ? ਅਥਾਹ ਸ੍ਰਿਸ਼ਟੀ ਕਿਉਂ ਇਸ ਮਾਰਗ ਨੂੰ ਪਿੱਠ ਦੇ ਰਹੀ ਹੈ? ਇਸ ਦਾ ਕਾਰਨ ਆਪ ਦੱਸਦੇ ਸਨ। ਅਰਬਾਂ ਦੀ ਗਿਣਤੀ ਸੰਸਾਰ ਵਿੱਚ ਮਨੁੱਖ ਦੀ ਹੈ ਤੇ ਹਰ 100 ਵਰੇ ਮਗਰੋਂ ਇੰਨੀ ਖਲਕਤ ਸਾਰੀ ਮਰ ਜਾਂਦੀ ਹੈ, ਨਵੀਂ ਉਪਜ ਪੈਂਦੀ ਹੈ। ਹੁਣ ਦੇਖੋ ਪ੍ਰਕਾਰ, ਕਰੋੜਾਂ ਵਰ੍ਹਿਆਂ ਤੋਂ ਸੰਸਾਰ ਦਾ ਚੱਕਰ ਚੱਲ ਰਿਹਾ ਹੈ, ਪਰ ਕਿੰਨੇ ਕੁ ਆਦਮੀਆਂ ਦੇ ਨਾਮ ਅਸੀਂ ਜਗਤ ਵਿੱਚ ਸੁਣਦੇ ਹਾਂ ਕਿ ਜੋ ਆਪਣਾ ਜੀਵਨ ਸਫਲ ਕਰ ਗਏ ਔਰ ਜਿਨ੍ਹਾਂ ਨੇ ਮਨੁੱਖ ਦੇਹੀ ਨੂੰ ਪਸ਼ੂ ਜੂਨ ਤੋਂ ਬਚਾ ਲਿਆ? ਬਹੁਤ ਥੋੜੇ। ਕਾਰਨ ਕੀ? ਕਿ ਹਰ ਕੋਈ ਖੁਦਗਰਜ਼ੀ ਵਿੱਚ ਡੁੱਬਾ ਰਹਿੰਦਾ ਹੈ। ਉਪਕਾਰ ਦੀ ਸੋਚ ਕਿਸੇ ਵਿਰਲੇ ਨੂੰ ਪੈਂਦੀ ਹੈ। ਇਸੇ ਕਰਕੇ ਆਦਮੀ ਦੀ ਬੁੱਧੀ ਦੀ ਬ੍ਰਿਧੀ ਸੰਸਾਰ ਵਿੱਚ ਬਹੁਤ ਹੌਲੀ ਹੌਲੀ ਹੋ ਰਹੀ ਹੈ। ਐਸੇ ਸਫਲ ਜੀਵਨ ਪੁਰਸ਼ਾਂ ਦੇ ਘਟ ਜਾਣੇ ਨਾਲ ਕੌਮਾਂ ਕਮਜ਼ੋਰ ਔਰ ਐਸੀਆਂ ਦੇ ਵੱਧ ਜਾਣ ਕਰਕੇ ਕੌਮਾਂ ਬਲਵਾਨ ਹੋ ਜਾਂਦੀਆਂ ਹਨ। ਜਗਤ ਵਿੱਚ ਅਨੇਕ ਹਸਤੀਆਂ ਹੋਈਆਂ ਹਨ ਜਿਨ੍ਹਾਂ ਨੇ ਸਰਵ ਸਾਧਾਰਨ ਵਿੱਚੋਂ ਉੱਠ ਕੇ ਖੁਦਗਰਜ਼ੀ ਨੂੰ ਤਿਆਗਿਆ, ਪਰਮਾਤਮਾ ਦੀ ਬਖਸ਼ੀ ਬੁੱਧੀ, ਹਿੰਮਤ ਤੇ ਉਪਕਾਰ ਦੇ ਚਾਅ ਨਾਲ ਆਮ ਜਨਤਾ ਦੇ ਲਾਭ ਦੇ ਅਨੇਕਾਂ ਕੰਮ ਕੀਤੇ, ਨਵੀਆਂ ਕਾਢਾਂ ਕੱਢੀਆਂ ਜਿਨ੍ਹਾਂ ਦਾ ਸਦਕਾ ਜਗਤ ਨੂੰ ਆਰਥਕ ਲਾਭ ਤੇ ਅਮਿੱਤੇ ਸੁਖ ਪੁੱਜ ਰਹੇ ਹਨ। ਨਿਰਸੰਸੇ ਇਹ ਉਹਨਾਂ ਹਸਤੀਆਂ ਦੇ ਜਗਤ ਪਰਉਪਕਾਰ ਹਨ। ਦੂਜੇ ਪਾਸੇ ਉਹ ਹਸਤੀਆਂ ਹੋਈਆਂ ਜਿਨ੍ਹਾਂ ਨੇ ਮਾਨਵ ਮਨਾਂ ਨੂੰ ਸਦਾਚਾਰ ਦੀ ਰੰਗਣ ਵਿੱਚ ਰੰਗ ਸਰਬੱਤ ਲਈ ਸੁਖਦਾਤੇ ਬਣਾਇਆ, ਆਤਮਕ ਅਹੁਰਾਂ ਕੱਢ ਕੇ ਮਨੁੱਖੀ ਜੀਵਨ ਉਚਿਆਏ ਤੇ ਸਫਲ ਜੀਵਨ ਦੇ ਉੱਤਮ ਪਾਂਦੀ ਬਣਾਇਆ। ਉਹਨਾਂ ਦੇ ਉਪਕਾਰ ਅਮਰ ਹਨ। ਉਹਨਾਂ ਦੇ ਉਪਕਾਰਾਂ ਨਾਲ ਉਹਨਾਂ ਦੇ ਨਾਮ ਵੀ ਅਮਰ ਹਨ।
ਭਾਈ ਸਾਹਿਬ ਜੀ ਦੱਸਦੇ ਸਨ, ਜ਼ਿੰਦਗੀ ਤਾਂ ਕੇਵਲ ਪਾਣੀ ਪਰ ਪਤਾਸੇ ਦੀ ਨਿਆਈ ਹੈ, ਇਸ ਦਾ ਕੁਝ ਭਰੋਸਾ ਨਹੀਂ। ਪਰ ਇਸ ਬੇਭਰੋਸੀ ਜ਼ਿੰਦਗੀ ਵਿੱਚ ਸ਼ਕਤੀ ਐਨੀ ਹੈ ਕਿ ਇਹ ਬੜੇ ਬੜੇ ਭਾਰੇ ਕੰਮ ਕਰ ਸਕਦੀ ਹੈ। ਦੇਖੋ, ਇਸੇ ਢਲਦੇ ਪਰਛਾਵੇਂ ਨਾਲੋਂ ਵੀ ਛੇਤੀ ਗੁੰਮ ਹੋ ਜਾਣ ਵਾਲੀ ਜ਼ਿੰਦਗੀ ਨੇ ਇੰਜਨ ਬਣਾਇਆ, ਜਿਸ ਨੇ ਹਜ਼ਾਰਾਂ ਕੋਹਾਂ ਦੀ ਵਿੱਥ ਨੂੰ ਮਖੌਲ ਕਰ ਵਿਖਾਇਆ। ਇਸ ਨੇ ਜਹਾਜ਼ ਤੋੜ ਕੇ ਅਸਗਾਹ ਸਮੁੰਦਰਾਂ ਨੂੰ ਨੱਥ ਲਿਆ। ਇਸੇ ਜ਼ਿੰਦਗੀ ਨੇ ਤਾਰ ਚਲਾਈ, ਲੱਖਾਂ ਕੋਹਾਂ ਤੇ ਬੈਠਿਆਂ ਦੀਆਂ ਗੱਲਾਂ ਕਰਵਾ ਦਿੱਤੀਆਂ। ਇਸੇ ਤਰ੍ਹਾਂ ਗੌਰ ਨਾਲ ਦੇਖੋ, ਛਾਪੇ, ਫੋਟੋ, ਕਲਾ, ਕਾਰਖਾਨੇ ਤੇ ਲੱਖਾਂ ਹੋਰ ਕਾਰੀਗਰੀਆਂ ਜੋ ਕਰੋੜਾਂ ਜੀਵਾਂ ਦਾ ਪੇਟ ਪਾਲ ਰਹੀਆਂ ਹਨ, ਕਿਸੇ ਨਾ ਕਿਸੇ ਮਨੁੱਖ ਦੇ ਪਰਉਪਕਾਰ ਦਾ ਫਲ ਹਨ, ਜਿਸ ਨੇ ਆਪਣੇ ਮਨੁੱਖਾ ਜਨਮ ਨੂੰ ਸਫਲ ਕੀਤਾ। ਬੁੱਧ ਰਿਖੀ ਵੱਲ ਦੇਖੋ, ਈਸਾ, ਮੁਹੰਮਦ, ਰਾਮ, ਕ੍ਰਿਸ਼ਨ, ਜੀਨਾ, ਜ਼ੁਰਤੁਸਤ ਵੱਲ ਧਿਆਨ ਕਰੋ, ਜਿਨ੍ਹਾਂ ਨੇ ਧਰਮ ਅਰ ਸਦਾਚਾਰ ਦੇ ਸੰਗਲ ਬਣਾ ਕੇ ਹਰਿਆਰ ਪਸ਼ੂ ਨਾਲੋਂ ਵਧੇਕ ਬੇਮੁਹਾਰੇ ਮਨੁੱਖਾਂ ਦੇ ਅਮੋੜ ਮਨਾਂ ਨੂੰ ਪਾ ਕੇ ਉਹਨਾਂ ਨੂੰ ਬਦੀ ਵੱਲੋਂ ਰੋਕਿਆ। ਗੁਰੂ ਨਾਨਕ ਦੇਵ ਜੀ ਤੇ 10 ਪਾਤਸ਼ਾਹੀਆਂ ਦੇ ਜੀਵਨ ਵੱਲ ਧਿਆਨ ਦਿਓ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਅਵਸਥਾ 100 ਤੋਂ ਉੱਪਰ ਵਰੇ ਦੀ ਗੁਰੂ ਅਮਰਦਾਸ ਜੀ ਦੀ ਹੋਈ ਔਰ ਸਭ ਤੋਂ ਛੋਟੀ 8 ਬਰਸ ਦੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਹੋਈ। ਇਹਨਾਂ ਪੂਜਨੀਕ ਗੁਰੂ ਵਿਅਕਤੀਆਂ ਨੇ ਕਿਸ ਤਰ੍ਹਾਂ ਦੇ ਪਤਿਤ ਲੋਕਾਂ ਨੂੰ ਪਾਪਾਂ ਦੇ ਗੰਧ ਵਿੱਚੋਂ ਚੁੱਕ ਕੇ ਪਵਿੱਤਰ ਅਕਾਲ ਪੁਰਖ ਦੀ ਗੋਦੀ ਵਿੱਚ ਲਿਜਾ ਬਿਠਾਇਆ। ਇਕੱਲੇ ਗੁਰੂ ਗੋਬਿੰਦ ਸਿੰਘ ਜੀ ਦੀ 40-42 ਵਰੇ ਦੀ ਬਖੇੜਾਂ ਨਾਲ ਭਰੀ ਹੋਈ ਪਵਿੱਤਰ ਜ਼ਿੰਦਗੀ ਵੱਲ ਤੱਕੋ ਕਿ 900 ਵਰੇ ਤੋਂ ਗੁਲਾਮ ਬਣੀ ਹੋਈ ਡਰਪੋਕ ਤੇ ਬੁਜ਼ਦਿਲ ਪਰਜਾ ਨੂੰ ਪਾਤਸ਼ਾਹੀ ਤੱਕ ਪਹੁੰਚਾ ਕੇ ਦੁਨੀਆ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਉਸ ਦੀ ਬਹਾਦਰੀ ਦਾ ਡੰਕਾ ਵਜਾ ਦਿੱਤਾ ਅਤੇ ਸਦੀਆਂ ਤੋਂ ਦ੍ਰਿੜ ਹੋਈ ਮੁਗਲਈਆਂ ਪਾਤਸ਼ਾਹ ਦਾ ਖੁਰਾ ਖੋਜ ਮਿਟਾ ਕੇ ਹਿੰਦੁਸਤਾਨ ਨੂੰ ਜ਼ੁਲਮਾਂ ਤੋਂ ਛੁਡਾ ਦਿੱਤਾ। ਇਸੇ ਪ੍ਰਕਾਰ ਇਹਨਾਂ ਸਤਿਗੁਰਾਂ ਦੇ ਸੱਚੇ ਸਿੱਖ ਭਾਈ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ ਆਦਿਕਾਂ ਵੱਲ ਤੱਕੋ, ਜਿਨ੍ਹਾਂ ਨੇ ਆਪਣੇ ਜਨਮ ਦੀ ਕੈਸੀ ਸਫਲਤਾ ਕੀਤੀ। ਇਹ ਪੁਰਖ ਸੰਸਾਰ ਤੋਂ ਟੁਰ ਗਏ ਵੀ ਜਿਉਂਦੇ ਹਨ, ਇਹ ਕਦੇ ਨਹੀਂ ਮਰਨਗੇ। ਇਹਨਾਂ ਦੇ ਉਪਕਾਰ ਮਨੁੱਖ ਦੇ ਨਹੀਂ ਸਕਦਾ। ਦੇਹ ਤਾਂ ਮਿੱਟੀ ਵਿੱਚ ਮਿਲ ਜਾਵੇਗੀ, ਪਰ ਆਤਮਾ ਅਮਰ ਹੈ, ਉਸ ਦੇ ਕੀਤੇ ਹੋਏ ਉਪਕਾਰ ਵੀ ਅਮਰ ਹਨ। ਹਾਂਜੀ, ਇਹ ਹੈ ਮਾਨਵ ਜੀਵਨ ਦਾ ਆਦਰਸ਼ ਕਿ ਜਗਤ ਤੇ ਆ ਕੇ ਇਹ ਇਨਸਾਨ ਨਾਮੜੇ ਲਈ ਜਾਂ ਕਿਸੇ ਹੋਰ ਖੁਦਗਰਜ਼ੀ ਲਈ ਨਹੀਂ, ਪਰ ਦੇਹ ਦੀ ਸਫਲਤਾ ਲਈ ਐਸੇ ਕਾਰਜ ਕਰੇ ਜਿਨ੍ਹਾਂ ਤੋਂ ਜੀਵ ਜੰਤੂ ਸਭ ਨੂੰ ਸੁਖ ਪਹੁੰਚੇ। ਜਿਵੇਂ ਕਿ ਗੁਰਵਾਕ ਹੈ, ਜੀ ਜਨ ਸਭ ਸੁਖ ਬਸੇ, ਸਭ ਕੈ ਮਨ ਲੋਚ, ਪਰਉਪਕਾਰ ਨਿਤ ਚਿਤਵ ਤੇ, ਨਾਹੀ ਕਛ ਪੋਚ। ਸੋ ਪਿਆਰੇ ਵੀਰੋ, ਆਪਣੀ ਜ਼ਿੰਦਗੀ ਦੀ ਪਾਣੀ ਵਿੱਚ ਪਤਾਸੇ ਵਾਲੀ ਮੁਨਿਆਦ ਨੂੰ ਵਿਚਾਰ ਕੇ ਖਾਣ ਪੀਣ, ਸੌਣ ਭੋਗਣ ਤੇ ਜੀਵਨ ਦੇ ਹੋਰ ਸੁੱਖਾਂ ਤੋਂ ਸਿਵਾ ਹੋਰ ਐਸੇ ਕੰਮ ਜ਼ਰੂਰ ਕਰੋ ਜੋ ਤਦੋਂ ਵੀ ਜਗਤ ਉੱਤੇ ਦੇਸ਼, ਕੌਮ ਤੇ ਜਨਤਾ ਨੂੰ ਸੁੱਖ ਪਹੁੰਚਾਉਂਦੇ ਰਹਿਣ, ਜਦੋਂ ਤੁਸੀਂ ਇਸ ਸੰਸਾਰ ਤੇ ਨਹੀਂ ਹੋਵੋਗੇ। ਨਾਮੜੇ ਦੀ ਨਾ ਇੱਛਾ ਕਰਦਿਆਂ ਵੀ ਫਿਰ ਤੁਹਾਡਾ ਉਪਕਾਰ ਤੁਹਾਡੇ ਨਾਮੜੇ ਨੂੰ ਜਗਤ ਤੇ ਅਮਰ ਰੱਖੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।